ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੀਂ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਇੱਕ
ਨਿਰੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ। ਚੌਪਈ ਸ੍ਰੀ ਅੰਗਦ ਸੁਣ ਕਥਾ ਅਗਾਰੀ, ਜੋ ਸਭ ਸਰੋਤਨ ਕੋ ਸੁਖਕਾਰੀ। ਪੁਰ ਕਰਤਾਰ ਬਿਕੈ ਤਬ ਆਏ, ਬਹੁਰ ਨਾ ਕਿਤ ਦਿਸ ਵਹਿਰ ਸਿਧਾਏ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੌਪਈ ਸ੍ਰੀ ਅੰਗਦ ਸੁਣ ਕਥਾ ਅਗਾਰੀ, ਜੋ ਸਭ ਸਰੋਤਨ ਕੋ ਸੁਖਕਾਰੀ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਸ਼ੁਰੂ ਕਰਦੇ ਲਿਖਦੇ ਨੇ ਕਿ ਭਾਈ ਬਾਲਾ ਜੀ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਔਰ ਸਿੱਖ ਸੰਗਤਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸੁਣਾ ਰਹੇ ਨੇ। ਔਰ ਭਾਈ ਬਾਲਾ ਜੀ ਕਹਿੰਦੇ ਨੇ ਕਿ ਸਤਿਗੁਰੂ ਜੀ ਅਗਲੀ ਕਥਾ ਸੁਣੋ, ਜਿਹੜੀ ਕਥਾ ਆਪਣੇ ਸਿੱਖਾਂ ਨੂੰ ਸਰੋਤਿਆਂ ਨੂੰ ਬੜਾ ਸੁੱਖ ਦਿੰਦੀ ਹੈ। ਪੁਰ ਕਰਤਾਰ ਵਿਖੈ ਤਬ ਆਏ, ਬਹੁਰ ਨਾ ਕਿਤ ਦਿਸ ਵਹਿਰ ਸਿਧਾਏ। ਕਿ ਸਤਿਗੁਰੂ ਜੀ ਕਰਤਾਰਪੁਰ ਸਾਹਿਬ ਤੋਂ ਨੇੜੇ ਨੇੜੇ ਪਿੰਡਾਂ ਦੇ ਵਿੱਚ ਸਿੱਖਾਂ ਦੇ ਸਿੱਖੇ ਦੀ ਪਰਖ ਕਰਨ ਵਾਸਤੇ ਗਏ। ਕਈਆਂ ਨੂੰ ਗਰੀਬਾਂ ਨੂੰ ਨਿਵਾਜ ਕੇ ਆਏ ਔਰ ਸਤਿਗੁਰੂ ਜੀ ਵਾਪਸ ਕਰਤਾਰਪੁਰ ਸਾਹਿਬ ਦੇ ਵਿੱਚ ਆ ਗਏ। ਔਰ ਭਾਈ ਬਾਲਾ ਜੀ ਇੱਥੇ ਕਹਿੰਦੇ ਨੇ ਕਿ ਸਤਿਗੁਰੂ ਜੀ ਉਸ ਤੋਂ ਬਾਅਦ ਫਿਰ ਸਤਿਗੁਰੂ ਜੀ ਕਰਤਾਰਪੁਰ ਸਾਹਿਬ ਤੋਂ ਬਾਹਰ ਨਹੀਂ ਗਏ। ਸਮਾ ਸਵਾ ਜਾਮ ਨਿਸ ਰਹੇ ਸਦਾਈ, ਜਾਗੇ ਬਹੁਰ ਵਹਿਰ ਕੋ ਜਾਈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨਿੱਤ ਦੀ ਤਰ੍ਹਾਂ ਹਰ ਰੋਜ਼ ਸਵਾ ਪਹਿਰ ਰਾਤ ਰਹਿੰਦੇ ਜਾਗਦੇ ਨੇ, ਤੇ ਜਾਗਣ ਤੋਂ ਬਾਅਦ ਸਤਿਗੁਰੂ ਜੀ ਫਿਰ ਬਾਹਰ ਨੂੰ ਜਾਂਦੇ ਸਨ। ਅਹਿਰਾਵਤੇ ਵਿਖੇ ਇਸ਼ਨਾਨਾ, ਕਰ ਬੈਠੇ ਤਟ ਲਾਏ ਤੇ ਅੰਨਾ। ਸਤਿਗੁਰੂ ਜੀ ਬਾਹਰ ਜਾ ਕੇ ਰਵੀ ਦਰਿਆ ਦੇ ਵਿੱਚ ਜਿਹੜਾ ਹੈ ਇਸ਼ਨਾਨ ਕਰਦੇ ਸਨ। ਇਸ਼ਨਾਨ ਕਰਨ ਤੋਂ ਬਾਅਦ ਫਿਰ ਉੱਥੇ ਕੁਝ ਸਮਾਂ ਜਿਹੜਾ ਹੈ ਬੈਠ ਕੇ ਆਪਣੇ ਧਿਆਨ ਨੂੰ ਪਰਮੇਸ਼ਰ ਦੇ ਵਿੱਚ ਜੋੜਦੇ ਸਨ। ਚਤੁਰ ਘਟੇ ਨਿਸ ਤੇ ਪੁਨਿਆਈ, ਬੈਠੇ ਧਰਮਸਾਲ ਸੁਖਦਾਈ। ਫਿਰ ਜਦੋਂ ਦਿਨ ਚੜ੍ਹਨ ਦੇ ਵਿੱਚ 4 ਘੜੀਆਂ ਬਾਕੀ ਰਹਿ ਜਾਂਦੀਆਂ ਸਨ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਸ ਰਾਵੀ ਦਰਿਆ ਤੋਂ ਉੱਠ ਕੇ ਫਿਰ ਧਰਮਸ਼ਾਲਾ ਦੇ ਵਿੱਚ ਹਰ ਰੋਜ਼ ਆ ਕੇ ਬੈਠਦੇ ਸਨ। ਹੋਤ ਕੀਰਤਨ ਸ੍ਰੀ ਸਤਨਾਮੂ, ਸੁਣਤ ਪ੍ਰੇਮ ਉਪਜੈ ਅਬਿਰਾਮੂ। ਤੇ ਉਸ ਧਰਮਸ਼ਾਲਾ ਦੇ ਵਿੱਚ ਨਿੱਤ ਸਵੇਰੇ ਸਤਨਾਮ ਵਾਹਿਗੁਰੂ ਦਾ ਕੀਰਤਨ ਹੁੰਦਾ ਹੈ। ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੈ ਕਿ ਜਿਹੜੇ ਕੀਰਤਨ ਨੂੰ ਸੁਣ ਕੇ, ਰੱਬ ਦੀ ਕੀਰਤੀ ਨੂੰ ਸੁਣ ਕੇ
ਸਿੱਖਾਂ ਦੇ ਮਨ ਦੇ ਵਿੱਚ ਪ੍ਰੇਮ ਪੈਦਾ ਹੁੰਦਾ ਸੀ। ਸੈਦੋ ਘਿਓ ਇੱਕ ਸੰਗਤ ਮਾਹੀ, ਦਿਲ ਸਰਦਾ ਜਿਹ ਕੇ ਉਰ ਮਾਹੀ। ਔਰ ਸੰਗਤ ਵਿੱਚ ਇੱਕ ਸਿੱਖ ਹੈ ਜਿਹਦਾ ਨਾਂ ਸੈਦੋ ਘਿਓ ਹੈ। ਇਹ ਸੰਗਤ ਵਿੱਚ ਰਹਿੰਦੇ ਦੀ ਨਿਸ਼ਚਾ ਗੁਰੂ ਸਾਹਿਬ ਤੇ ਬੜੀ ਹੈ। ਪਿਕ ਬ੍ਰਿਤੰਤ ਗੁਰ ਕੋ ਸੋ ਭਰਮਾ, ਲਖ ਨਹਿ ਸਕਿਓ ਗੂੜ ਜੋ ਮਰਮਾ। ਕਹਿੰਦੇ ਸੈਦੋ ਘਿਓ ਗੁਰੂ ਸਾਹਿਬ ਜੀ ਦਾ ਇਹ ਬਿਰਤਾਂਤ ਵੇਖ ਕੇ ਨਾ ਕਿ ਸਤਿਗੁਰੂ ਜੀ ਰੋਜ਼ ਰਾਵੀ ਦਰਿਆ ਦੇ ਕੰਢੇ 'ਤੇ ਜਾਂਦੇ ਨੇ, ਉੱਥੇ ਬੈਠ ਕੇ ਸ਼ਾਇਦ ਉੱਥੇ ਭਗਤੀ ਕਰਦੇ ਨੇ, ਕਿਉਂਕਿ ਭਾਵੇਂ ਸ਼ਰਧਾ ਸੀ ਪਰ ਗੁਰੂ ਸਾਹਿਬ ਦਾ ਜਿਹੜਾ ਗੁੱਝਾ ਭੇਜ ਹੈ ਇਹ ਸੈਦੋ ਘਿਓ ਨੂੰ ਨਹੀਂ ਆਇਆ। ਇਹਦੇ ਮਨ ਵਿੱਚ ਸ਼ੰਕਾ ਆ ਗਿਆ ਕਿ ਗੁਰੂ ਸਾਹਿਬ ਜੀ ਰੋਜ਼ ਰਾਵੀ ਦਰਿਆ 'ਤੇ ਕਿਉਂ ਜਾਂਦੇ ਨੇ ਅੱਧੀ ਰਾਤ ਨੂੰ ਉੱਠ ਕੇ। ਇਸ ਬਿਦ ਜਾਨੀ ਤਿਨ ਮਨ ਮਾਹੀ, ਨਿਸਮੈ ਸ੍ਰੀ ਗੁਰ ਸਰਤਾ ਜਾਹੀ। ਇਹਨੇ ਮਨ ਦੇ ਵਿੱਚ ਵਿਚਾਰ ਕੀਤੀ ਕਿ ਅੱਧੇ ਰਾਤ ਦੇ ਸਮੇਂ ਗੁਰੂ ਸਾਹਿਬ ਜੀ ਹਰ ਰੋਜ਼ ਰਾਵੀ ਦਰਿਆ ਦੇ ਵਿੱਚ ਜਾਂਦੇ ਨੇ। ਤਹਾਂ ਬੈਠ ਜਲਪਤ ਕੋਸੇ ਮੈਂ, ਮਨ ਬਾਂਛਤ ਜਾਚੇ ਸੁਣ ਲੇਵੈ। ਔਰ ਇਸ ਸਿੱਖ ਦੇ ਮਨ ਵਿੱਚ ਤਰਕ ਪਤਾ ਕੀ ਆਈ ਕਿ ਗੁਰੂ ਸਾਹਿਬ ਜੀ ਜਿਹੜੇ ਦਰਿਆ ਦੇ ਵਿੱਚ ਜਾਂਦੇ ਨੇ ਨਾ, ਔਰ ਲੋਕ ਮੰਨਦੇ ਨੇ ਪਾਣੀ ਨੂੰ ਕਿ ਉਹ ਵਰੁਣ ਦੇਵਤਾ ਹੈ, ਕਿ ਸ਼ਾਇਦ ਗੁਰੂ ਸਾਹਿਬ ਜੀ ਉੱਥੇ ਜਾ ਕੇ ਵਰੁਣ ਦੇਵਤੇ ਦੀ ਪੂਜਾ ਕਰਦੇ ਨੇ ਤੇ ਵਰੁਣ ਦੇਵਤੇ ਤੋਂ ਜੋ ਕੁਛ ਮੂੰਹੋਂ ਮੰਗਦੇ ਨੇ ਉਹ ਕੁਛ ਮਿਲਦਾ ਹੈ। ਤਾਂ ਗੁਰੂ ਸਾਹਿਬ ਜੀ ਕੋਲ ਤਾਕਤ ਆਈਆਂ ਨੇ। ਕਰੇ ਬਰਨ ਕੇ ਸੇਵਕ ਨੇਰੀ, ਯਾ ਤੇ ਅਜਮਤ ਬਦੇ ਬਧੇਰੀ। ਹੁਣ ਇਹਨੇ ਜੋ ਕੁਝ ਸੁਣਿਆ ਸੀ ਕਿ ਦੇਵਤਿਆਂ ਦੀ ਪੂਜਾ ਕਰੀਏ ਤੇ ਕਰਾਮਾਤਾਂ ਮਿਲਦੀਆਂ ਨੇ, ਦੇਵਤਾ ਦੀ ਸੇਵਾ ਕਰੀਏ ਤੇ ਇਹ ਕੁਝ ਮਿਲਦਾ ਹੈ। ਉਹ ਵਿਚਾਰ ਮਨ ਦੇ ਵਿੱਚ ਬੈਠ ਗਏ ਕਿ ਗੁਰੂ ਸਾਹਿਬ ਜੀ ਨੇ ਵਰੁਣ ਦੇਵਤੇ ਦੀ ਸੇਵਾ ਕੀਤੀ ਤਾਂ ਉਹਨਾਂ ਨੂੰ ਇੰਨੀਆਂ ਤਾਕਤਾਂ ਮਿਲੀਆਂ ਨੇ, ਤਾਂ ਅਜਮਤਾਂ ਇਹ ਕਰਾਮਾਤਾਂ ਉਹਨਾਂ ਕੋਲ ਆਈਆਂ ਨੇ। ਕਲਾ ਵਿਸਾਲ ਤਾਹੇ ਤੇ ਪਾਈ, ਸਭ ਜਬ ਕੇ ਲੈਨੇ ਗੁਰਿਆਈ। ਇਹ ਮਨ ਦੇ ਵਿੱਚ ਵਿਚਾਰਾ ਕਰੀ ਜਾ ਰਿਹਾ ਹੁਣ, ਕਿਉਂਕਿ ਜਦੋਂ ਸ਼ੰਕਾ ਪੈ ਜੇ ਫਿਰ ਸ਼ੰਕੇ ਤੋਂ ਅੱਗੇ ਕਈ ਸ਼ੰਕੇ ਹੋਰ ਪੈਦਾ ਹੁੰਦੇ ਨੇ। ਇਹ ਆਪਣੇ ਮਨ ਨਾਲ ਵਿਚਾਰਾ ਕਰ ਰਿਹਾ ਕਿ ਗੁਰੂ ਸਾਹਿਬ ਜੀ ਤਾਂ ਹੀ ਐਡੀ ਵੱਡੀ ਉਹਨਾਂ ਨੂੰ ਕਰਾਮਾਤ ਮਿਲੀ ਹੈ, ਤਾਂ ਹੀ ਸਾਰੇ ਜਗਤ ਦੇ ਸਾਰੇ ਸੰਸਾਰ ਦੀ ਗੁਰਿਆਈ ਉਹਨਾਂ ਨੇ ਪ੍ਰਾਪਤ ਕੀਤੀ। ਕਿਉਂਕਿ ਇਹਨਾਂ ਨੂੰ ਸਾਰੇ ਲੋਕ ਕੁਝ ਜਿਹੜੇ ਹਿੰਦੂ ਵੀਰ ਨੇ ਗੁਰੂ ਮੰਨਦੇ ਨੇ, ਜਿਹੜੇ ਮੁਸਲਮਾਨ ਨੇ ਆਪਣਾ ਪੀਰਾਂ ਦਾ ਪੀਰ ਮੰਨਦੇ ਨੇ, ਜਿੱਥੇ ਜਾਂਦੇ ਨੇ ਉੱਥੇ ਹੀ ਲੋਕ ਇਹਨਾਂ ਦੇ ਅੱਗੇ ਝੁਕਦੇ ਨੇ। ਇਹ ਕਰਾਮਾਤਾਂ ਤਾਂ ਮਿਲੀਆਂ ਨੇ ਕਿ ਇਹ ਵਰੁਣ ਦੇਵਤੇ ਦੀ ਸੇਵਾ ਕਰਦੇ ਨੇ। ਇਹ ਸ਼ੰਕਾ ਮਨ ਵਿੱਚ ਆ ਗਿਆ। ਮੈਂ ਅਬ ਸੇਵ ਕਰੋ ਬਹੁਤਾ ਹੀ, ਪ੍ਰਾਪਤ ਹੋਏ ਕਲਾ ਮੁਝ ਮਾਹੀ। ਇਹਨੇ ਵਿਚਾਰ ਕੀਤੀ ਕਿ ਜੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵਰੁਣ ਦੀ ਸੇਵਾ ਕਰਨ ਕਰਕੇ ਇੰਨੀਆਂ ਤਾਕਤਾਂ ਉਹਨਾਂ ਕੋਲ ਆਈਆਂ ਨੇ, ਤੇ ਫਿਰ ਮੈਨੂੰ ਕੀ ਲੋੜ ਗੁਰੂ ਦੀ ਸਿੱਖੀ ਕਮਾਉਣ ਦੀ। ਮੈਂ ਵਰੁਣ ਦੀ ਸੇਵਾ ਕਰਾਂ, ਮੇਰੇ ਵਿੱਚ ਵੀ ਤਾਕਤ ਆ ਜਾਣਗੀਆਂ। ਇਸ ਪ੍ਰਕਾਰ ਉਰ ਮੈਂ ਠਹਿਰਾਈ, ਬੀਤੀ ਨਿਸ ਜਬ ਪਹਿਰ ਅਟਾਈ। ਕਹਿੰਦੇ ਇੱਕ ਦਿਨ ਰਾਤ ਨੂੰ ਸੌਣ ਲੱਗਿਆ ਮਨ ਵਿੱਚ ਇਵੇਂ ਦੀਆਂ ਵਿਚਾਰਾਂ ਆ ਗਈਆਂ। ਉਸੇ ਰਾਤ ਨੂੰ ਜਦੋਂ ਅੱਧੇ ਰਾਤ ਤੋਂ ਬਾਅਦ 2.5 ਕੁ ਪਹਿਰ ਰਾਤ ਬੀਤ ਗਈ, 1.5 ਕੁ ਪਹਿਰ ਰਾਤ ਰਹਿ ਗਈ। ਤਬ ਸੋ ਗਮਨਿਓ ਸਰਤਾ ਤੇਰੰ, ਮਿਲਿਓ ਪੰਥਿਕ ਮਨੁੱਖ ਸਰੀਰੰ। ਕਹਿੰਦੇ ਉਦੋਂ ਇਹ ਦਰਿਆ ਦੇ ਕਿਨਾਰੇ ਨੂੰ ਚੱਲਿਆ ਕਿ ਦਰਿਆ ਦੇ ਵਿੱਚ ਜਾ ਕੇ ਮੈਂ ਬੰਦਗੀ ਕਰਾਂ ਵਰੁਣ ਦੀ। ਪਰ ਰਾਹ ਦੇ ਵਿੱਚ ਇਹਨੂੰ ਕੋਈ ਮਨੁੱਖ ਮਿਲਿਆ ਹੈ। ਤਿਸ ਕੇ ਹੱਥ ਵੇਖਿਆ ਇੱਕ ਮੀਨਾ, ਦੇਖਤ ਸੈਦੋ ਬੂਝਣ ਕੀਨਾ। ਇਸ ਮਨੁੱਖ ਦੇ ਹੱਥ ਵਿੱਚ ਇੱਕ ਮੱਛੀ ਫੜੀ ਹੋਈ ਸੀ। ਇਸ ਮਨੁੱਖ ਨੂੰ ਵੇਖ ਕੇ
भाई सैदो ने सवाल पूछ लिया, कौन है तू कित को जाही, निस्मय है तस्कर है सिख आही। हुण भाई सैदो ने पूछा कि तू भाई कौन है, कितों आया, कितने चले हैं अद्धी रात को, किते तू चोर तो नहीं कि जां को सिख है, क्योंकि अद्धी रात को जां तो गुरु के सिख उठ के जागते ने, इशनान पान करते हैं, या फिर चोरों की कम है, तीजा तो कोई जागता ही नहीं। सुन कै उत्तर दीनों ताही, मुझको तस्कर लखिए नाही। ये सुन के उस मनुख ने उत्तर दिता, कह लगे नहीं नहीं भाई मैं चोर कोई नहीं, चोर ना समझी। फिर पूछा तू है कौन, सगरे सता को पत जानो, नाम वर्ण मेरो पहचानो। इस मनुख ने जवाब दिता, कहते भाई ये समझ ला कि जिन्ने दरिया ने ना, दरिया के समुद्र के सारे का मैं मालक हाँ। मैनू लोग वर्ण कहते हैं, बस ये समझ लो वर्ण देवता मैं ही हाँ। सिर गुरु को पूजन जाऊं, दर्शन निता प्रत करे आऊं। जेड़े वर्ण दे ये भाई सैदो सेवा करने वास्ते तुरे सी तो विचार करते ये वर्ण देवता इत्थे तुरिया फिरदा है। पूछा भी चलिया कित्थे हुण, अगों जवाब दिता कि भाई सतगुरु धन गुरु नानक साहिब जी रावी दरिया के विच इशनान करते हैं, तो इशनान करदिया निता प्रति हर रोज़ वो आउंदे ने, तो मैं धन गुरु नानक साहिब जी की पूजा करने वास्ते आउंदा। ये वर्ण देवता कह रहे कि मैं उन्होंने चरणों च नमस्कार करने वास्ते चलिया। सुन कैसे तो गिरा उचारी, मैं तो उर्कश और बिचारी। ये सुन के सैदो ने नमस्कार तो कर दी पहला कि वर्ण देवता है, तो फिर नाल ही कहता मैं तो मन में होर ही कुछ सोची बैठा सा। हुण वर्ण देवते ने पूछा कि भाई तू कि सोची बैठा सा। श्री गुर सेवा करें तुम्हारी, याते अजमत पे तिन भारी। मैं तो ये सोच रहा सा कि धन गुरु नानक साहिब जी तुहाडी पूजा करते हैं, तो तां गुरु नानक साहिब जी को इन्नियां करामात आईयां ने, तां इन्नी पावर इन्नी ताकत उन्होंने को है। रिद्ध सिद्ध तुम ते सब पाई, इस बिद के गत चित ठहराई। मैं तो ये सोचता हूँ सा कि ये जिन्नियां रिद्धियां सिद्धियां ने ये वर्ण देवता जी गुरु साहब जी ने तुहाडे तो प्राप्त कीतियां ने। मैं तो गल पक्की समझ ली सी। चलियो हुतो तब सेवा कारण, मिल के तुम सब कीन उचारण। तो ये भाई सैदो कहंदा वर्ण देवता कि सच जाने अज मैं तेरी सेवा ही करन चलिया सा, तेनों पूजन वास्ते तुर पिया सा। ये तो चंगा होया तू सच्चो सच सारा कुछ दस दिता है। तुम जो तिनको पूजन जावो, हो निज मन को क्यों पहर परमावो। हुण ये भाई सैदो वर्ण देवते नूं कहंदा है कि जे तू गुरु नानक साहिब जी दे चरणों में नमस्कार रोज़ करना है, तो फिर मैं तेरे चरणों च मैनू की लोड़ नमस्कार करने की। मैं अपने मन को क्यों भरमावां, क्यों डोला। मेरी नमस्कार हुण मैनू वापस कर। मेरी नमस्कार केवल गुरु नानक साहिब के चरणों में ही है। सुन कै वरण भणी गुण बानी, श्री नानक लख गन गुण खानी। ये सुन के कहते वर्ण देवते ने उस भाई सैदो नूं कहा कि भाई सैदो तू बड़ा वड्डा भागा वाला है कि जेड़ा धन गुरु नानक देव सच्चे पातशाह जी वर्गे तेनू गुरु मिल गए ने। वो धन गुरु नानक साहिब जी उत्ते गुणा दी खान ने। नरण उदाहरण हित अवतारा, धरियो देह निज श्री करतारा। उन्हां दा नाम धन गुरु नानक साहिब जी है, पर है वो आप ही करतार ने, आप ही परमेश्वर ने।
परमेश्वर ने धन गुरु नानक साहब का शरीर लैके इस संसार ते आउणा कीता है। दृढ़ सरदा धर भरमो नाही, चरण कमल सेवो तुम ताही। तो वर्ण देवता कहता है भाई साधु देख, जे सतगुरु जी तू अपना गुरु मन्निया ने, सचमुच जे सिख बनया है, अपनी शरधा ते अपना भरोसा इन्ना कच्चा ना रखी। जिवें अज तुर पिया सा कि मैं किसी होर दी पूजा कर लवां, इनू भरोसे नू पक्का कर। चरण कमल सेवो तुम ताही, मैं तो चाहुंदा तू उंदे ही चरणों की सेवा कर जिंदे चरणों की सेवा मैं करन चलिया। सुन कर सैदो घयो तह काला, आयो जह बैठो प्रभ दयाला। ये सुन के सैदो घयो जिंदा ना है, ये सिख सतगुरु के चरणों में आया। गुरु साहब जी इशनान करन तो बाद रावे दरिया के कंढे ते बैठे हुए ने। अभिनंदन कर बैठ समीपा, पिक बोले बेदी कुलदीपा। कहते जदों सैदो घे नूं गुरु साहब के चरणों च नमस्कार की, मत्था टेकिया, गुरु साहब के अगे हथ जोड़ के बैठ गया। तो धन गुरु नानक देव सच्चे पातशाह जी ने फिर पावन बचन कहे, कहन लगे तू क्यों आयो निशा मझारी, आवत हुतो होत पुन सारी। सतगुरु कहते हैं भाई सैदो तू अज अद्धी रात को किवें तुरिया फिरना, क्योंकि हर रोज़ तो तू अमृत वेले आउणा से, दिन चढ़ा तो थोड़ा जिहा पहलों आउणा से, अज अद्धी रात ही तुरिया फिरना है। भावें धन गुरु नानक देव सच्चे पातशाह जी सब कुछ जानते हैं, पर फिर भी वेखना चाहते सन कि सैदो जिहड़ा है हुण भी सच बोलदा है कि नहीं, कुछ भरोसा कुछ श्रद्धा हजे भी बची कि नहीं। निज बरतांत तिन सर्ब बखाना, प्रभ जे तुमरो भेद न जाना। भाई सैदो कहे नूं दोवें हथ जोड़े, सतगुरु के चरणों में एक बार फिर नमस्कार करके पहलों तो माफ़ी मंगी कि सतगुरु जी कृपा करो, मैं तुहाडे भेद नूं जाणी ही नहीं, सिख तो बन गया पर वो सिक्खी वाला भरोसा अंदर पूरी तरह रखे ही नहीं। फिर भाई सैदो ने सारा बरतांत दस्या कि राह दे विच वरुण देवता मिलिया कि जिहड़ा आप जी की पूजा करने वास्ते तुरिया आउंदा है। या ते मैं भरम्यो मत मूड़ा, अब मैं लख्यो प्रताप जो गूढ़ा। इन्हें कोई गल नहीं कोई सारी गल गुरु साहब ने दसी कि मेरे मन में तो भरम पै गया सी कि तुसी वरुण देवता की पूजा किते करते, और अज तुसी मैनू भड़कणों तो बचा लिया है। हुण मैं तुहाडे प्रताप नूं जान गया हाँ। सब बिद सुन कै श्री गुण खानी, उचरियो शब्द मृदल मुखबानी। धन गुरु नानक देव सच्चे पातशाह जी ने सारी जो गल सुनी तो बड़े पावन ते कोमल बचन गुरु साहब जी ने कहे। सुन बाणी को सरदा हुई, सेवा करन लगा पुन सोई। गुरु साहब ने शब्द उच्चारण किया, उस शब्द नूं बाणी नूं सुन के सैदो घे दे अंदर जिहड़ी श्रद्धा होर वध गई, और केवल वधी नहीं श्रद्धा नूं भरोसे नूं पक्का भी किया। उस तरह गुरु साहब की सेवा करन लगा। उस तो बाद शब्द नूं पढ़दा है, शब्द नूं विचारदा है। गुर के शब्द लिखै विचारै, सुने प्रेम सो बहुर उच्चारै। कहते सैदो कोई फिर गुरु साहब के शब्द सुन सुन के लिखता है, उन्होंने लिख के याद करता है, फिर उन्होंने अर्थ विचारता है। नहीं समझ पैंती दूसरे सिखा तो पूछता है। फिर जो शब्द याद होंगे उनके अर्थ समझ लगते हैं, उन्होंने बार बार फिर गाँदा है, बार बार पढ़ता है। बैठे नित श्री गुरु धर्मशाला, होत कीर्तन प्रेम विसाला। तो कवि संतोख सिंह जी लिखते हैं गुरु साहब जी इस तरह ही हर रोज़
ਕਰਤਾਰਪੁਰ ਸਾਹਿਬ ਦੇ ਉਸ ਪਾਵਨ ਧਰਤੀ ਤੇ ਧਰਮਸ਼ਾਲਾ ਦੇ ਵਿੱਚ ਬੈਠਦੇ ਨੇ। ਹਰ ਰੋਜ਼ ਸਵੇਰੇ ਵੀ ਤੇ ਸ਼ਾਮੀ ਉੱਤੇ ਕੀਰਤਨ ਹੁੰਦਾ ਹੈ। ਸ਼ਬਦ ਦੇ ਵਿਚਾਰ ਕਦੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਆਪ ਕਰਦੇ ਨੇ, ਕਦੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਭਾਵਨਾ ਵਾਲੇ ਸਿੱਖ ਜਿਹੜੇ ਨੇ ਉਹ ਵਿਚਾਰ ਕਰਦੇ ਨੇ ਸੰਗਤ ਵਿੱਚ ਬੈਠ ਕੇ। ਦੇਸ਼ ਦੇਸ਼ ਤੇ ਸੁਣ ਜਸ ਗੁਰ ਕੋ, ਮਾਨਵ ਆਏ ਪ੍ਰੇਮ ਕਰ ਉਰ ਕੋ। ਕਹਿੰਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕੀਰਤੀ ਫੈਲੀ। ਗੁਰੂ ਸਾਹਿਬ ਦਾ ਜਸ ਸੁਣ ਸੁਣ ਕੇ ਦੂਰ ਦੂਰ ਤੋਂ ਸਿੱਖ ਜਿਹੜੇ ਨੇ ਕਰਤਾਰਪੁਰ ਸਾਹਿਬ ਆਉਣ ਲੱਗੇ। ਆਏ ਸਕਾਮ ਸੋ ਪੂਰਨ ਹੋਵੈ, ਜੇ ਨਿਸ਼ਕਾਮ ਗਿਆਨ ਸੁਖ ਜੋਵੈ। ਤੇ ਭਾਈ ਬਾਲਾ ਜੀ ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਿਹੜਾ ਤੇ ਕੋਈ ਸਕਾਮ, ਕੋਈ ਭਾਵਨਾ, ਕੋਈ ਕਾਮਨਾ ਲੈ ਕੇ ਆਉਂਦਾ ਹੈ ਕਿ ਜਿਵੇਂ ਅੱਜ ਬਹੁਤੇ ਸਾਡੇ ਮਨਾਂ ਦੇ ਵਿੱਚ ਹੁੰਦੀ ਕਿ ਮੇਰਾ ਇਹ ਕੰਮ ਪੂਰਾ ਹੋ ਜਾਏ ਤੇ ਮੈਂ ਇੰਨੇ ਦਿਨ ਜਾਵਾਂਗਾ। ਕਰਦੇ ਤੇ ਲੇਖੇ ਜੋਖੀ ਹਾਂ, ਭਾਵੇਂ ਸ਼ਬਦ ਜ਼ਰੂਰ ਪੜ੍ਹਦੇ ਹਾਂ ਕਿ ਲੇਖੇ ਕਤੇ ਨਾ ਛੁੱਟੀਐ, ਖਿਣ ਖਿਣ ਭੁੱਲਣ ਹਾਰ। ਔਰ ਕਹਿ ਵੀ ਦੇਨੇ ਬਖਸ਼ਣ ਹਾਰ ਹੈ, ਬਖਸ਼ ਲੈ। ਪਰ ਅਸੀਂ ਲੇਖੇ ਜ਼ਰੂਰ ਕਰਨੇ ਕਿ ਇੰਨੇ ਦਿਨ ਅਸੀਂ ਸੇਵਾ ਕੀਤੀ ਜਾਂ ਇੰਨੇ ਦਿਨ ਕਰਾਂਗੇ। ਕੁਛ ਇਵੇਂ ਦੀਆਂ ਭਾਵਨਾਵਾਂ ਤੇ ਕਾਮਨਾਵਾਂ ਲੈ ਕੇ ਆਉਂਦੇ ਨੇ, ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਦਰ ਤੋਂ ਉਹਨਾਂ ਦੀਆਂ ਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਨੇ। ਔਰ ਕੁਝ ਨੇ ਜਿਹੜੇ ਬਿਲਕੁਲ ਨਿਸ਼ਕਾਮ ਹੋ ਕੇ ਆਉਂਦੇ ਨੇ, ਕਿਸੇ ਤਰ੍ਹਾਂ ਦੀ ਕੋਈ ਕਾਮਨਾ ਨਹੀਂ, ਕੇਵਲ ਇਸ ਕਰਕੇ ਆਉਂਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਨੇ, ਗੁਰੂ ਸਾਹਿਬ ਦੀ ਬਾਣੀ ਨੂੰ ਸੁਣਨਾ ਹੈ। ਫਿਰ ਕਹਿੰਦੇ ਉਹਨਾਂ ਨੂੰ ਗਿਆਨ ਪ੍ਰਾਪਤ ਹੁੰਦਾ ਜਿਹਦੇ ਵਿੱਚ ਸਦੀਵੀ ਸੁੱਖ ਮਿਲਦਾ ਹੈ। ਭੀਰ ਭੂਰ ਨਿਤ ਪੁਰ ਕਰਤਾਰਾ, ਹੋਵੇਂ ਦੇਗ ਵਿਸ਼ਾਲ ਆਹਾਰਾ। ਕਰਤਾਰਪੁਰ ਸਾਹਿਬ ਦੇ ਵਿੱਚ ਨਿਤ ਭੀੜ ਲੱਗਦੀ ਰਹਿੰਦੀ ਹੈ। ਉੱਥੇ 24 ਘੰਟੇ ਲੰਗਰ ਚੱਲਦਾ ਹੈ। ਔਰ ਲੰਗਰ ਵੀ ਕਹਿੰਦੇ ਨੇ ਵੱਡਾ ਲੰਗਰ ਚੱਲਦਾ ਹੈ, ਖੁੱਲ੍ਹਾ ਲੰਗਰ ਚੱਲਦਾ ਹੈ। ਬੈਠੇ ਉਤੇ ਇੱਕ ਨਰ ਆਇਓ, ਬੰਧਨ ਕਰਕੇ ਬੈਣ ਅਲਾਇਓ। ਇੱਕ ਦਿਨ ਇਸੇ ਤਰ੍ਹਾਂ ਸਤਿਗੁਰੂ ਜੀ ਧਰਮਸ਼ਾਲਾ ਦੇ ਵਿੱਚ ਬੈਠੇ ਸ਼ਬਦ ਦੇ ਵਿਚਾਰ ਕਰ ਰਹੇ ਸਨ। ਸ਼ਬਦ ਦੇ ਵਿਚਾਰ ਦੀ ਜਦੋਂ ਸਮਾਪਤੀ ਹੋਈ, ਸੰਗਤ ਵਿੱਚ ਇੱਕ ਸਿੱਖ ਆਇਆ ਜਿਹਨੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕੀਤੀ ਔਰ ਸਤਿਗੁਰੂ ਦੇ ਚਰਨਾਂ ਦੇ ਵਿੱਚ ਨੇੜੇ ਬੈਠ ਗਿਆ। ਉਹਨੇ ਹੱਥ ਜੋੜ ਕੇ ਇੱਕ ਸਵਾਲ ਕੀਤਾ, ਸਿੱਖੇ ਕਿਦੋਂ ਫਕੀਰੇ ਕਰੋ, ਧਰਮ ਗ੍ਰਸਤ ਕੋ ਕਹਿ ਉਰ ਧਰੋ। ਉਹਨੇ ਸਵਾਲ ਹੁੰਦਿਆਂ ਨਾਲ ਕੀਤਾ ਕਿ ਸਤਿਗੁਰੂ ਜੀ ਕਿਰਪਾ ਕਰੋ, ਇਹ ਦੱਸੋ ਕਿ ਮੈਂ ਆਪ ਜੀ ਦਾ ਸਿੱਖ ਬਣਾ ਕਿ ਜਾਂ ਮੈਂ ਫਕੀਰੀ ਨੂੰ ਧਾਰਨ ਕਰਾਂ। ਤੀਸਰਾ ਸਵਾਲ ਸੀ ਜਾਂ ਮੈਂ ਗ੍ਰਸਤੀ ਹੋ ਜਾਵਾਂ, ਗ੍ਰਸਤ ਨੂੰ ਧਾਰਨ ਕਰਾਂ। ਹੁਣ ਸਿੱਖ ਬਣਾ ਜਾਂ ਮੈਂ ਫਕੀਰ ਬਣਾ ਤੇ ਜਾਂ ਮੈਂ ਗ੍ਰਸਤੀ ਬਣਾ। ਸਤਿਗੁਰੂ ਜੀ ਕਿਰਪਾ ਕਰਕੇ ਮੈਨੂੰ ਸਮਝਾਓ ਕੀ ਬਣਾ। ਜਿਉ ਰਾਵਰ ਕੀ ਹੋਏ ਰਜ਼ਾਏ, ਤਿਉ ਕਰ ਹੋ ਸ਼ੁਭ ਦੇਹੁ ਬਤਾਏ। ਸਤਿਗੁਰੂ ਜੀ ਜਿਵੇਂ ਆਪ ਜੀ ਦੀ ਆਗਿਆ ਹੋਵੇ, ਜਿਵੇਂ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਕਰਾਂਗਾ। ਤੁਸੀਂ ਕਿਰਪਾ ਕਰਕੇ ਦੱਸ ਦਿਓ ਕਿ ਸਿੱਖ ਬਣਾ ਜਾਂ ਫਕੀਰ ਬਣ ਜਾਵਾਂ ਜਾਂ ਗ੍ਰਸਤੀ ਰਵਾਂ। ਸੁਣਿਓ ਆਪ ਕੋ ਜਸ ਮੈਂ ਭਾਰੀ, ਚੱਲ ਆਇਓ ਹਿਤ ਬੂਝਣ ਕਾਰੀ। ਸਤਿਗੁਰੂ ਜੀ ਮੈਂ ਆਪ ਜੀ ਦਾ ਬੜਾ ਜਸ ਸੁਣਿਆ ਹੈ, ਇਸੇ ਕਰਕੇ ਮੈਂ ਆਪ ਜੀ ਤੋਂ ਪੁੱਛਣ ਆਇਆ। ਹੁਣ ਇਹ ਜਿਹੜਾ ਸਵਾਲ ਹੈ ਇਹ ਸਾਨੂੰ ਵੀ ਧਿਆਨ ਨਾਲ ਸੁਣ ਲੈਣਾ ਚਾਹੀਦਾ ਹੈ। ਸਾਡੇ ਵਿੱਚ ਵੀ ਬਹੁਤ ਸਾਰੇ ਐਸੇ ਸਿੱਖ ਨੇ ਜਿਹੜੇ ਕਹਿੰਦੇ ਅਸੀਂ ਗ੍ਰਸਤੀ ਨੂੰ ਧਾਰਨ ਨਹੀਂ ਕੀਤਾ। ਗ੍ਰਸਤ ਛੱਡ ਕੇ ਉਹਨਾਂ ਨੂੰ ਸ਼ਬਦ ਵਰਤੇ ਜਾਂਦੇ ਨੇ, ਕੋਈ ਬਿਹੰਗਮ ਕਹਿੰਦਾ, ਕੋਈ ਹੋਰ ਕੁਝ ਕਹਿੰਦੇ ਨੇ। ਇਹ ਸਵਾਲ ਵੀ ਲੈ ਕੇ ਆਏ ਕਿ ਸਿੱਖ ਬਣਾ ਕਿ ਗ੍ਰਸਤੀ ਬਣਾ। ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪ ਸਿੱਖ ਨੇ, 10 ਗੁਰੂ ਸਾਹਿਬਾਨ। ਸਤਿਗੁਰੂ ਜੀ ਨੇ ਗ੍ਰਸਤੀ ਨੂੰ ਤੇ ਪ੍ਰਧਾਨ ਦੱਸਿਆ, ਗ੍ਰਸਤ ਸਭ ਤੋਂ ਵੱਡਾ ਧਰਮ ਦੱਸਿਆ ਹੈ। ਹੁਣ ਇਹ ਸਵਾਲ ਹੁੰਦਾ ਹੈ ਕਿ ਗ੍ਰਸਤੀ ਸ਼ਾਇਦ ਸਿੱਖ ਨਹੀਂ ਹੋ ਸਕਦੇ।
दोहरा बोले कृपा निधान, तब प्रथम करो अस काज। ये सुन के सतगुरु धन गुरु नानक देव सच्चे पातशाह कहते हैं, भाई सिखा पहलो तू साडा एक काम कर, फिर तेनों तेरे सवालों का जवाब भी देंगे तू की बनना है। हमरे ले अरदास तुम गमनो तूरन आज। सतगुरु जी कहते हैं साडा ये हुक्मनामा लैके जाओ तो छेती नाल चलो, अज ही जाना तो जिन्नी छेती हो सके हुणी चल पो। चौपई बसै सिख हमके अमके जो ग्रामू, बूझ नाम जावो तिह धामू। सतगुरु जी ने दस्सिया कि साडा फलाना सिख रहिंदा है, पिंड का नाम दस्सिया फलाने पिंड दे विच रहिंदा है। कोई भी ना होएगा, कोई भी पिंड होवे, समझाउणा से कहंदे उस पिंड विच ना पुछ के चला जाए। 200 प्रथम रुपये लेकर, पाछे भोजन अचियो तिह घर। क्योंकि पिंड दूर है, जांदे तक हो सकता तेनों भुख बड़ी लगे। पर सतगुरु जी कहते हैं भाई तू सवाल का जवाब लेना ना, पर एक गल चेते रखी, उस सिख दे घरों जाके उदों तक कुछ नहीं छकना, पानी भी नहीं पीना जदों तक वो 200 रुपये ना दे। साडा हुक्मनामा देना है, उनके सिख तो 200 रुपये लैने ने, उस तो बाद भोजन छकना है। बहुरो जब तू हट करे आवें, तहे उत्तर हम तबै बतावें। सतगुरु कहते हैं साडे उस सिख तो 200 रुपया लैके जदों तू वापस परत के आएगा, तेरे सवाल का जवाब असीं फिर देंगे। हुक्मनामा लेकर वह वासू, शीघ्र गयो ताहे सिख पासू। कहते वो जग्यासू गुरु साहब जी ने हुक्मनामा लिया तो छेती दे नाल रस्ता तय करके उस पिंड विच सिख दे घर पहुँच गया। अतिशय घर ते निरतन सोई, कब कब भोजन प्राप्त होई। ते जेड़े घर गुरु साहब ने भेजे ना 200 रुपया पहलू लेना है, उस सिख की हालत इवें दी सी कि प्रशादा जिवें कहीदा ना कदे कदे मिलता सी। एक तो हुंदा ना एक टाइम मिल जाना, इत्थे लिखिया कदे कदे मिलता सी। बस जिवें किवें कदे कदे कोई गन्ना चूप लिया गुजारा कर लिया, कदे कदे छोलियां दी मुठ मिल गई गुजारा कर लिया, कदे कदे प्रशादा मिल जाता सी। छक लैंदे सन, कहण तो भाव कि गरीबी बहुत सी। और उन्होंने दिनों के 200 रुपया गरीब सिख तो, और 200 रुपया अज दे तो लखां वर्गा सी। एक सिख तिया दुतिया भलेरी, तीजे तनजा है तिनकेरी। वो सिख आप सी, दूजे उनके घर दे विच उनकी घर वाली है, पति पत्नी तो इलावा एक उन्होंने धी है जिहड़ी कुछ हुण जवान है। हुक्म सुनामा तिय गुर जब ही, अधिक प्रेम कर बंदे तब ही। इस सिख ने जाके जदों उस गरीब सिख नूं गुरु साहब का हुक्मनामा दिता कि धन गुरु नानक साहब का हुक्मनामा लैके आया, इन्हें हुक्मनामा लिया सिर ते रखिया, तो सिर तो रखने तो भाव है कि 7 बचन करके उन्होंने स्वीकार किया, हाथ जोड़े, उस हुक्मनामे नूं मत्था टेकिया। सादर सोते मंच बिसाए, चरण पखारे कर बहु पाए। कहते बड़े प्रेम के नाल वो जिहड़ा हुक्मनामा लैके आया है सिख, हले सिख बनया तो नहीं, पर धन गुरु नानक साहब जी ने भेजे इस करके शब्द सिख ही वरतांगे। उस सिख नूं गुरु के सिख ने बड़े सत्कार दे नाल मंजा डाया, मंजे उत्ते बिठाया, उनके चरण धोए, क्योंकि मेरे गुरु नानक का सिख है, गुरु नानक का हुक्मनामा लैके आया है। बहुर कहो भोजन कर लीजै, दूर सो श्रम मार्ग को कीजै।
ਕਹਿੰਦੇ ਫਿਰ ਸਿੱਖ ਨੇ ਕਿਹਾ ਕਿ ਭਾਈ ਤੂੰ ਬੈਠ, ਥੋੜ੍ਹੀ ਦੇਰ 'ਚ ਲੰਗਰ ਤਿਆਰ ਹੁੰਦਾ, ਭੋਜਨ ਛਕ, ਕਿਉਂਕਿ ਦੂਰ ਤੋਂ ਚੱਲ ਕੇ ਆਏ ਹੈ, ਥੱਕ ਗਿਆ ਹੋਵੇਗਾ। ਲੰਗਰ ਤਿਆਰ ਹੁੰਦਾ, ਉਸ ਤੋਂ ਪਹਿਲਾਂ ਦੁੱਧ ਦਾ ਪਿਆਲਾ ਗਰਮ ਗਰਮ ਤੈਨੂੰ ਲਿਆ ਕੇ ਦਿੰਦੇ ਆ। ਪਰ ਕੋਈ ਜਵਾਬ ਕੀ ਮਿਲਿਆ? ਸਿੱਖ ਸੋ ਤਿਸਨੇ ਬਚਨ ਅਲਾਏ, ਗੁਰ ਕੋ ਹੁਕਮ ਨਾ ਭੋਜਨ ਖਾਏ। ਕਹਿੰਦੇ ਉਸਨੇ ਸਿੱਖ ਨੂੰ ਅੱਗੋਂ ਕਿਹਾ ਕਿ ਭਾਈ ਮੈਨੂੰ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਕਿ ਮੇਰੇ ਸਿੱਖ ਦੇ ਘਰੋਂ ਜਾ ਕੇ ਭੋਜਨ ਨਹੀਂ ਛਕਣਾ। ਭੋਜਨ ਤੇ ਦੂਰ ਦੀ ਗੱਲ, ਗੁਰੂ ਸਾਹਿਬ ਨੇ ਕਿਹਾ ਪਾਣੀ ਦਾ ਗਲਾਸ ਵੀ ਨਹੀਂ ਪੀਣਾ। ਹੁਣ ਭੋਜਨ ਕਿਉਂ ਨਹੀਂ ਛਕਣਾ, ਪਾਣੀ ਦਾ ਗਲਾਸ ਕਿਉਂ ਨਹੀਂ ਪੀਣਾ? ਜਦੋਂ ਸਿੱਖ ਨੇ ਪੁੱਛਿਆ ਕਿ ਭਾਈ ਗੁਰੂ ਸਾਹਿਬ ਨੇ ਮਨਾ ਕਿਉਂ ਕੀਤਾ ਹੈ? ਪੂਰਬ ਸਰਬ ਦਰਬ ਕੋਲੇ, ਪਾਛੇ ਤੇ ਕਰ ਅਸਨ ਅਚੇ। ਗੁਰੂ ਸਾਹਿਬ ਨੇ ਕਿਹਾ ਸੀ 200 ਰੁਪਏ ਲੈ ਕੇ ਆਉਣਾ ਹੈ, ਔਰ ਇਹ ਹੁਕਮ ਮੈਨੂੰ ਕਰਕੇ ਭੇਜਿਆ ਹੈ। ਪਹਿਲਾਂ ਪੂਰੇ 200 ਰੁਪਏ ਗਿਣ ਕੇ ਲੈਣੇ ਨੇ, ਉਸ ਤੋਂ ਬਾਅਦ ਪਾਣੀ ਪੀਣਾ। ਜੇ ਭੋਜਨ ਛਕਾਏ ਤੇ ਭੋਜਨ ਵੀ ਛਕਣਾ ਹੈ। ਸੁਣ ਕੈ ਸਿੱਖ ਸੋ ਤੂਸ਼ਣ ਰਹਿਓ, ਬਦੇ ਚਿੰਤ ਸਰਤਾ ਮਨ ਬਹਿਓ। ਇਹ ਸੁਣ ਕੇ ਸਿੱਖ ਚੁੱਪ ਹੋ ਗਿਆ। ਔਰ 200 ਰੁਪਈਆ ਹੁਣ ਗੁਰੂ ਸਾਹਿਬ ਦਾ ਹੁਕਮ ਹੈ, ਦੇਣਾ ਵੀ ਹੈ। ਇਹ 200 ਰੁਪਈਆ ਆਵੇ ਕਿੱਥੋਂ? ਚਿੰਤਾ ਬੜੀ, ਚਿੰਤਾ ਦੇ ਵਿੱਚ ਡੁੱਬਿਆ ਹੋਇਆ ਗੁਰੂ ਦਾ ਸਿੱਖ ਬੋਲਿਆ ਤੇ ਕੁਝ ਨਹੀਂ। ਅੱਗੇ ਗੁਰੂ ਸਾਹਿਬ ਨੇ ਜੋ ਕਿਰਪਾ ਕਰਨੀ ਹੈ, ਸਿੱਖ ਨੇ ਜਿਵੇਂ 200 ਦਾ ਇੰਤਜ਼ਾਮ ਕਰਨਾ ਹੈ, ਉਹ ਆਪਾਂ ਕੱਲ੍ਹ ਵਿਚਾਰਾਂਗੇ। ਸਮੇਂ ਦੇ ਮੁਤਾਬਕ ਕਿਤਨੀ ਬੇਨਤੀ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਦੀ ਖਿਮਾ। ਆਓ 2 ਮਿੰਟ ਰਸਨਾ ਨੂੰ ਪਵਿੱਤਰ ਕਰੀਏ, ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ ਵਾਹਿਗੁਰੂ।